परम सत्कारयोग सतगुरां दी साजी निवाजी गुरु रूप प्यारी गुरु सवारी साध संगत जी, आप सारियां संगतां नितनेम कर्म अनुसार गुरु साहिब जी महाराज के चरना कमलों की हाज़री जन्म दियां कुछ कड़ियां कुछ पल सफलियां करन दे यतन करते हाँ। जिस तरह संसार दे मनुख अपनी किरत कमाई करते हैं, अपने तन की रखिया करते ने, बच्चों की परवरिश करते ने, ये सारे दे सारे कर्म जितने मनुख करता है कि संसार दे विच ये मनुख कामयाब रहे। इसे लिए हर एक मनुख अपनी किरत कमाई करता है कि अपनी अपने बच्चों की पालन पोषणा चंगी तरह हो जाए। जिहड़े मनुख ने चंगी किरत कीती है वो अपना ते जीवन सवारदा है, होर भी नाल कईयां दे जीवन सवारन की समर्था उहदे कोल रहिंदी है कि चलो हुण अपने कोल ते बहुत कुछ है परमात्मा दा बख्शिया, हुण किसी होर दा भी भला करिए। जिस तरह तन दी मनुख तरक्की दे विच है, इसे तरह ही मनुख मन की तरक्की दे विच भी होना चाहिए। असीं जिहड़े दो टाइम या एक टाइम किन्ना क समा परमात्मा के चरणों विच बैठण दा मिलदा है, ये असीं कमाई करते हाँ ताकि भगवान परमेश्वर के दर ते असीं प्रवान हो जाइए। मनुख अपनी किरत नूं समाज दे विच सच्ची ते सुच्ची रखदा है ताकि कोई दाग ना लगे। परमात्मा दे नाम की कमाई करनी है तो सच्ची अते सुच्ची करदा है ताकि जदों भी मनुख शरीर छड्ड के भगवान की दरगाह दे विच पहुँचे, इस दी आत्मा नूं उस जगह ते बड़ा मान सत्कार मिले, इस नूं बड़ा सत्कारिया जावे। पर इस दियां भी कुछ सटेजां ने शरीर दियां। गुरु साहिब जी महाराज कहते हैं मनुख नूं परोपकारी होना चाहिए है। उकार मकार उपकार चौथी जगह ते आउंदा है परोपकार। कुछ मनुख ते अपने बच्चों की परवरिश ही चंगी तरह करते हैं, कुछ मनुख उस तो अगाहां लंघ के अपने आस पास दे नगर दे बच्चों की परवरिश भी चंगी तरह करते हैं। उन्होंने विद्या देनी, वस्त्र देने, भोजन देना इत्यादि। कुछ मनुख उपकारी बन जाते हैं, उन्हां दी इलाके दे विच वो चंगे कर्म करते हैं, उपकारी कहते हैं। परोपकारी उस नूं कहते हैं जिहड़ा मनुख अपने नगर विचों निकलिया
ਇਲਾਕੇ ਦੇ ਵਿੱਚੋਂ ਨਿਕਲਿਆ, ਅਣਜਾਣ ਇਲਾਕੇ ਦੇ ਵਿੱਚ ਜਾ ਕੇ ਵੀ ਪਰਉਪਕਾਰ ਕਰਦਾ ਹੈ, ਉਸ ਨੂੰ ਪਰਉਪਕਾਰੀ ਕਹਿੰਦੇ ਨੇ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਰੱਬ ਦੇ ਪਿਆਰਿਆਂ ਦਾ ਅਸੂਲ ਇਹੋ ਹੀ ਹੁੰਦਾ ਹੈ ਕਿ ਉਹ ਜਿੱਥੇ ਵੀ ਜਾਂਦੇ ਨੇ, ਨਾ ਕਿਸੇ ਦੀ ਜਾਤ ਦੇਖਦੇ ਨੇ, ਨਾ ਪਾਤ ਦੇਖਦੇ ਨੇ, ਨਾ ਕਿਸੇ ਦਾ ਮਜ਼ਹਬ ਦੇਖਦੇ ਨੇ, ਨਾ ਕਿਸੇ ਦਾ ਧਰਮ ਦੇਖਦੇ ਨੇ। ਬਸ ਉਹ ਆਪਣਾ ਕਰਮ ਹੀ ਕਰਦੇ ਰਹਿੰਦੇ ਨੇ। ਸਿਰਫ ਉਹਨਾਂ ਨੇ ਕਰਨਾ ਹੈ ਪਰਉਪਕਾਰ। ਔਰ ਜਿਹੜੇ ਮਨੁੱਖ ਪਰਉਪਕਾਰੀ ਨੇ, ਭਾਵ ਜਿਨ੍ਹਾਂ ਨੂੰ ਹਰ ਇੱਕ ਮਨੁੱਖ 'ਤੇ, ਹਰ ਇੱਕ ਜੀਵ ਜੰਤ 'ਤੇ ਦਇਆ ਆ ਰਹੀ ਹੈ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਜਨਮ ਮਰਨ ਦਹੋਂ ਮਹਿ ਨਾਹੀ, ਜਨ ਪਰਉਪਕਾਰੀ ਆਏ। ਇਹ ਮਨੁੱਖ ਦੀ ਦੇਹੀ ਜਨਮ ਅਤੇ ਮਰਨ ਤੋਂ ਰਹਿਤ ਹੈ। ਇਹ ਤੇ ਕੇਵਲ ਸੰਸਾਰ ਦੇ ਵਿੱਚ ਪਰਉਪਕਾਰ ਕਰਨ ਵਾਸਤੇ ਆਏ ਹੋਏ ਨੇ। ਪਰਉਪਕਾਰੀ ਮਨੁੱਖ ਆਪਣਾ ਕਰਮ ਕਰਦਾ ਰਹਿੰਦਾ ਹੈ, ਕਿਸੇ ਦੇ ਨਾਲ ਭੇਦ ਭਾਵ ਤੋਂ ਬਿਨਾਂ ਕਰਦਾ ਰਹਿੰਦਾ ਹੈ। ਔਰ ਬਿਨਾਂ ਭੇਦ ਭਾਵ ਦੇ ਜੋ ਕੀਤਾ ਹੈ, ਉਸ ਨੂੰ ਪਰਉਪਕਾਰ ਕਹਿੰਦੇ ਨੇ। ਦਇਆ ਆ ਜਾਣੀ ਹਰ ਇੱਕ 'ਤੇ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੇ ਐਲਾਨੀਆਂ ਕਹਿੰਦੇ ਨੇ, 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਜਿਸ ਨੂੰ ਦਇਆ ਆ ਗਈ ਕਿਸੇ 'ਤੇ, ਇੱਕ ਪਾਸੇ ਦਾ ਮਨੁੱਖ 68 ਤੀਰਥਾਂ ਦਾ ਭਰਮਣ ਕਰਕੇ ਘਰ ਵਿੱਚ ਆਇਆ ਹੈ, ਇੱਕ ਘਰੇ ਬੈਠਾ ਕਿਸੇ ਜੀਵ ਜੰਤ 'ਤੇ ਦਇਆ ਕਰ ਰਿਹਾ ਹੈ, ਤਾਂ ਉਹਨੂੰ ਘਰੇ ਬੈਠੇ ਨੂੰ ਹੀ 68 ਤੀਰਥਾਂ ਦਾ ਫਲ ਮਿਲ ਜਾਂਦਾ ਹੈ। ਦਇਆ ਕਿਸੇ 'ਤੇ ਕਰਨੀ ਬਹੁਤ ਔਖੀ ਹੈ। ਔਰ ਜਿਨ੍ਹਾਂ ਨੂੰ ਆਈ ਹੈ ਦਇਆ, ਬਾਬਾ ਫਰੀਦ ਜੀ ਜਦ ਅਜਮੇਰ ਸ਼ਹਿਰ ਪਹੁੰਚੇ ਨੇ ਨਾ, ਉੱਥੋਂ ਦੇ ਉਹਨਾਂ ਸਮਿਆਂ ਦੇ ਪੈਗੰਬਰ ਗਿਣੇ ਜਾਣ ਵਾਲੇ ਖਵਾਜਾ ਮਉਦੀਨ ਚਿਸ਼ਤੀ ਜੀ, ਉਹਨਾਂ ਕੋਲ ਚਲੇ ਗਏ। ਕਹਿੰਦੇ ਜੀ, ਤੁਸੀਂ ਸਾਨੂੰ ਆਪਣਾ ਸ਼ਿਸ਼ ਬਣਾ ਲਓ, ਚੇਲਾ ਬਣਾ ਲਓ। ਅਕਸਰ ਪੁਰਾਤਨ ਸਮਿਆਂ ਦੇ ਵਿੱਚ ਇੱਕ ਰਿਵਾਜ ਹੁੰਦਾ ਸੀ ਵੀ ਜਦ ਵੀ ਕਿਸੇ ਨੇ, ਗੁਰੂ ਨੇ ਆਪਣਾ ਚੇਲਾ ਬਣਾਉਣਾ ਹੁੰਦਾ ਸੀ ਨਾ, ਉਦੋਂ ਕੋਈ ਨਾ ਕੋਈ ਕਸਵੱਟੀ ਜ਼ਰੂਰ ਲਾ ਦਿੰਦੇ ਸਨ, ਤਾਂ ਕਿ ਗੁਰੂ ਨੂੰ ਇਹ ਪਤਾ ਲੱਗ ਜਾਂਦਾ ਸੀ ਕਿ ਇਹ ਚੇਲਾ ਬਣਨ ਦੇ ਲਾਇਕ ਹੈ ਵੀ ਜਾਂ ਨਹੀਂ। ਕਸਵੱਟੀ ਲਾਉਂਦੇ ਸਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ 5 ਸਿਰਾਂ ਦੀ ਵਾਰੀ ਮੰਗ ਕੀਤੀ ਸੀ। ਦੇਖਦੇ ਹਾਂ, ਆਪਣੇ ਪਰਿਵਾਰ ਵਾਸਤੇ, ਆਪਣੇ ਬੱਚਿਆਂ ਵਾਸਤੇ ਹਰ ਕੋਈ ਜੀ ਰਿਹਾ ਹੈ, ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਕਸਵੱਟੀ ਲਾ ਕੇ ਦੇਖਦੇ ਹਾਂ ਕਿ ਮੇਰੇ ਵਾਸਤੇ ਕਿਹੜਾ ਜਿਉ ਰਿਹਾ ਹੈ, ਮੇਰੇ ਵਾਸਤੇ ਕੌਣ ਹੈ। ਜਦ ਬਾਬੇ ਫਰੀਦ ਨੇ ਇਹ ਗੱਲ ਕਹੀ, ਖਵਾਜਾ ਮਉਦੀਨ ਚਿਸ਼ਤੀ ਜੀ ਕਹਿਣ ਲੱਗੇ, ਚਲੋ ਠੀਕ ਹੈ, ਪਰ ਪਹਿਲੇ ਤੁਹਾਨੂੰ ਇੱਕ ਕਸਵੱਟੀ ਲਾਉਂਦੇ ਹਾਂ, ਤੁਸੀਂ ਇਹ ਕਾਰਜ ਕਰੋ ਕਿ ਇਹ ਕਬੂਤਰ ਨੂੰ ਲੈ ਜਾਓ, ਜਿੱਥੇ ਕੋਈ ਨਾ ਦੇਖਦਾ ਹੋਇਆ ਨਾ, ਉੱਥੇ ਤੁਸੀਂ ਇਸ ਕਬੂਤਰ ਦਾ ਗਲਾ ਕੱਟ ਕੇ ਸਾਡੇ ਕੋਲੇ ਵਾਪਸ ਲੈ ਕੇ ਆਉਣਾ। ਬਾਬਾ ਫਰੀਦ ਜੀ ਕਹਿਣ ਲੱਗੇ, ਠੀਕ ਹੈ। ਛੁਰਾ ਲੈਤਾ ਹੈ, ਕਬੂਤਰ ਲੈ ਲਿਆ, ਅਜਮੇਰ ਸ਼ਹਿਰ ਤੋਂ ਬਾਹਰ ਜੰਗਲ ਦੇ ਵਿੱਚ ਚਲੇ ਗਏ। ਜੰਗਲ ਦੇ ਵਿੱਚ ਜਦ ਚਲੇ ਗਏ,
ਕਹਿੰਦੇ ਹੁਣ ਇੱਥੇ ਕੋਈ ਮਨੁੱਖ ਨਹੀਂ ਦੇਖਦਾ। ਆਸੇ ਪਾਸੇ ਦੇਖਿਆ, ਕਹਿਣ ਲੱਗੇ ਇੱਥੇ ਤੇ ਪੰਛੀ ਦੇਖ ਰਹੇ ਨੇ, ਪਸ਼ੂ ਦੇਖ ਰਹੇ ਨੇ, ਬਨਸਪਤੀ ਦੇਖ ਰਹੀ ਹੈ। ਇਹ ਸੋਚ ਕੇ ਸਮਝ ਕੇ ਬਾਬਾ ਫਰੀਦ ਜੀ ਜੰਗਲ ਦੇ ਵਿੱਚ, ਘਣੇ ਜੰਗਲ ਦੇ ਵਿੱਚ ਚਲੇ ਗਏ। ਉੱਥੇ ਇੱਕ ਪੱਥਰ ਦੇ ਲਾਗੇ ਹੋ ਕੇ ਬੈਠ ਗਏ ਨੇ ਕਿ ਚਲੋ ਇੱਥੇ ਕੋਈ ਨਹੀਂ ਦੇਖਦਾ, ਪੰਛੀ ਵੀ ਨਹੀਂ ਹੈ, ਕੋਈ ਪਸ਼ੂ ਵੀ ਨਹੀਂ ਹੈ, ਇੱਥੇ ਬਨਸਪਤੀ ਵੀ ਨਜ਼ਰ ਨਹੀਂ ਆ ਰਹੀ। ਫਿਰ ਸੋਚਣ ਲੱਗੇ ਮਨ ਵਿੱਚ, ਉਹ ਕਹਿਣ ਲੱਗੇ ਜਿਸ ਨੂੰ ਮੈਂ ਹਲਾਲ ਕਰਨਾ, ਇਹ ਕਬੂਤਰ ਤੇ ਮੈਨੂੰ ਦੇਖ ਰਿਹਾ ਹੈ, ਇਹ ਕਬੂਤਰ ਤੇ ਮੈਨੂੰ ਦੇਖ ਰਿਹਾ ਹੈ। ਕਹਿੰਦੇ ਠੀਕ ਹੈ। ਚਲੋ ਉਹਨਾਂ ਨੇ ਕਬੂਤਰ ਦੀਆਂ ਅੱਖੀਆਂ ਤੇ ਪੱਟੀ ਬੰਨ੍ਹਤੀ ਵੀ ਇਹ ਨਾ ਦੇਖੇ। ਫਿਰ ਜਦ ਬਾਬਾ ਫਰੀਦ ਜੀ ਕਹਿਣ ਲੱਗੇ ਜਿਹੜੀਆਂ ਮੇਰੀਆਂ ਅੱਖੀਆਂ ਨੇ ਇਹ ਤੇ ਕਬੂਤਰ ਨੂੰ ਦੇਖ ਰਹੀਆਂ ਨੇ, ਗੁਰੂ ਦਾ ਬਚਨ ਹੋਇਆ ਕਿ ਜਿੱਥੇ ਕੋਈ ਵੀ ਦੇਖਦਾ ਨਾ ਹੋਵੇ, ਪਰ ਮੇਰੀਆਂ ਅੱਖਾਂ ਤੇ ਕਬੂਤਰ ਨੂੰ ਦੇਖ ਰਹੀਆਂ ਨੇ। ਫਿਰ ਮੇਰਾ ਮਨ ਇਹ ਵੀ ਦੇਖ ਰਿਹਾ ਹੈ, ਮੇਰੀ ਆਤਮਾ ਵੀ ਦੇਖ ਰਹੀ ਹੈ, ਮੇਰੀਆਂ ਅੱਖੀਆਂ ਵੀ ਦੇਖ ਰਹੀਆਂ ਨੇ। ਗੁਰੂ ਨੇ ਕਿਹਾ ਸੀ ਕਿ ਜਿੱਥੇ ਕੋਈ ਵੀ ਨਾ ਦੇਖਦਾ ਹੋਵੇ, ऐसी कोई भी जगह नहीं है जिथे कोई भी ना देखदा होवे। बाबा फरीद जी कहते ये तो मेरियां ही अखां देख रही ने। ऐसा अनुभव करते करते बाबे फरीद जिया ने कबूतर दियां अखां खोलियां ने, नाल लेता, वापस चले गए। ख्वाजा मोहद्दीन चिश्ती जी कहन लगे फरीदा की गल, असी ते तैनूं कहा सी कि तू इसनों हलाल करके लेके आना है, तू तो कबूतर वैसे ही वापस लेके आ गया। कहते जी मैं अजमेर शहर तो बाहर जंगल विच चलिया गया सी, घने जंगल विच चलिया गया सी जिथे कोई देखे ना, मनुख उत्थे कोई नहीं सी, पर उत्थे मैनू पशु ते पंछी बनस्पति ये देख रहे सन। उत्थों मैनू देख रहे सन। फिर मैं अगाहां चलिया गया एक पत्थर दी ओट दे कोल, उत्थे मैं देखा कि कबूतर दियां अखियां देख रही सन जद मैनू हलाल करना सी। मैं इहदियां अखां ते पट्टी बन दिती। फिर मैं देखा कि मेरियां अखां कबूतर नूं देख रही ने। कहंदे फिर बस फिर की सी, कहन लगे कोई भी जगह मैनू ऐसी नहीं लभी जिस जगह ते कोई देखदा ना होवे। इस कबूतर दे अंदर भी अल्लाह ताला बैठा है, मेरे अंदर भी अल्लाह ताला बैठ के देख रहा सी। जब खुदा खुद बैठा देख रहा सी ते मैं इस कबूतर नूं हलाल किवें करां, इस जानवर नूं हलाल किवें करां। भावें दुनिया दा कोई भी मनुख मैनू नहीं देख रहा सी, पर अल्लाह ताला देख रहा सी। जे अल्लाह ताला देख रहा है तो सारी दुनिया देख रही है, क्योंकि सारी दुनिया नूं अखियां ते अल्लाह ने दित्तियां होईयां ने। सारी दुनिया नूं अखियां अल्लाह ने दित्तियां ने, अल्लाह ते देख रहा है। भावें दुनिया कोई नहीं देखती,
जद बाबे फरीद दे ऐसे बचन सुने ते कसवट्टी ते खरे उतरे। बाबा फरीद जियां नूं ख्वाजा मोहद्दीन चिश्ती जियां ने अपने गल दे नाल ला लिया। फरीदा, ਜਿਹੜਾ ਮਨੁੱਖ ਹਰ ਇੱਕ ਜਗ੍ਹਾ 'ਤੇ ਅੱਲਾ ਨੂੰ ਸਮਝ ਰਿਹਾ ਹੈ ਕਿ ਅੱਲਾ ਦੇਖ ਰਿਹਾ ਹੈ, ਐਸੇ ਮਨੁੱਖ ਇੱਕ ਦਿਨ ਖੁਦ ਅੱਲਾ ਦਾ ਰੂਪ ਹੋ ਜਾਂਦੇ ਨੇ। ਐਸੇ ਮਨੁੱਖ ਕਸਵੱਟੀਆਂ ਦੇ ਵਿੱਚੋਂ ਪਾਸ ਹੁੰਦੇ ਨੇ ਅਤੇ ਅੱਲਾ ਦੇ ਘਰ ਦੇ ਵਿੱਚ ਪਹੁੰਚ ਜਾਂਦੇ ਨੇ। ਅਜੋਕੇ ਸਮੇਂ ਦਾ ਮਨੁੱਖ ਇਹਨੂੰ ਥੋੜ੍ਹੀ ਜਿਹੀ ਕਸਵੱਟੀ ਲੱਗੇ, ਪਰਮਾਤਮਾ ਦੇ ਦਰ ਨੂੰ ਛੱਡ ਦਿੰਦਾ ਹੈ। ਇਹ ਤੇ ਮਨੁੱਖ ਇੰਨਾ ਵੀ ਨਹੀਂ ਸਹਾਰ ਸਕਦਾ, ਕਦੇ ਗਰਮੀਆਂ ਦਾ ਮੌਸਮ ਹੋਵੇ, ਦਰਬਾਰ ਦੇ ਵਿੱਚ ਬੈਠਾ ਬੈਠਾ ਪਰਮਾਤਮਾ ਦਾ ਸਿਮਰਨ ਕਰਦਾ ਹੋਵੇ, ਅੱਖੀਆਂ ਮੀਟ ਕੇ ਬੈਠਾ ਸਿਮਰਨ ਕਰਦਾ ਬੰਦਾ ਇੰਝ ਲੱਗਦਾ ਕਿ ਖੁਦ ਹੀ ਪਰਮਾਤਮਾ ਦਾ ਰੂਪ ਬਣਿਆ ਬੈਠਾ ਹੈ। ਪਰ ਜੇ ਕਦੇ ਮਨੁੱਖ ਦੇ ਗਰਮੀਆਂ ਦੇ ਮੌਸਮ ਦੇ ਵਿੱਚ ਚੱਲਦਾ ਚੱਲਦਾ ਪੱਖਾ ਬੰਦ ਹੋ ਜੇ, ਫਿਰ ਪਤਾ ਲੱਗਦਾ ਵੀ ਕਿੱਡਾ ਵੱਡਾ ਸ਼ੈਤਾਨ ਬੈਠਾ ਹੈ ਦਰਬਾਰ ਵਿੱਚ ਆਇਆ, ਫਿਰ ਪਤਾ ਲੱਗਦਾ ਹੈ। ਇੱਕੋ ਦਮ ਸ਼ੈਤਾਨ ਬਣ ਜਾਂਦਾ ਹੈ। ਅੱਲਾ ਮਾਫ ਕਰੇ, ਮਨੁੱਖ ਦੇ ਅੰਦਰ ਦੋਨੇ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਰਹਿ ਸਕਦੀ ਹੈ, ਜਾਂ ਤਾਂ ਭਗਵਾਨ ਰਹਿ ਸਕਦਾ ਜਾਂ ਸ਼ੈਤਾਨ ਰਹਿ ਸਕਦਾ ਹੈ। ਇਹ ਦੋਨੇ ਚੀਜ਼ਾਂ ਇੱਕੋ ਸਰੀਰ ਦੇ ਅੰਦਰ ਨਹੀਂ ਰਹਿ ਸਕਦੀਆਂ, ਜਾਂ ਸ਼ੈਤਾਨ ਰਹੇਗਾ ਜਾਂ ਭਗਵਾਨ ਰਹੇਗਾ। ਔਰ ਮਾਫ ਕਰਨਾ, ਜਿਨ੍ਹਾਂ ਮਨੁੱਖਾਂ ਦੇ ਅੰਦਰ ਸ਼ੈਤਾਨ ਦਾ ਵਸ ਹੈ ਉਹਨਾਂ ਦੇ ਕਦੇ ਭਗਵਾਨ ਅੰਦਰ ਨਹੀਂ ਜਾਂਦਾ। ਜਿਨ੍ਹਾਂ ਦੇ ਅੰਦਰ ਭਗਵਾਨ ਦਾ ਵਾਸਾ ਹੋ ਗਿਆ, ਸ਼ੈਤਾਨ ਜਿੰਨਾ ਮਰਜ਼ੀ ਯਤਨ ਕਰ ਲੇ ਉਹਨਾਂ ਦੇ ਅੰਦਰ ਜਾ ਨਹੀਂ ਸਕਦਾ। ਸ਼ੈਤਾਨ ਤੇ ਭਗਵਾਨ ਦੋਨਾਂ ਦੇ ਵਿੱਚੋਂ ਇੱਕ ਹੀ ਮਨੁੱਖ ਦੇ ਅੰਦਰ ਰਹੇਗਾ। ਸ਼ੈਤਾਨ ਦੀ ਅਤੇ ਭਗਵਾਨ ਦੀ ਮਨੁੱਖਤਾ ਦੇ ਅੰਦਰ ਨਿਸ਼ਾਨੀ ਹੈ। ਸ਼ੈਤਾਨ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ, ਆਪਣੇ ਆਪ ਉਹ ਭਟਕਦਾ ਰਹੇਗਾ। ਜਿਸ ਦੇ ਅੰਦਰ ਸ਼ੈਤਾਨ ਬੈਠਾ ਹੋਇਆ, ਉਹਨੂੰ ਭਾਵੇਂ ਕਰੋੜਾਂ ਯਤਨ ਕਰ ਲਿਓ, ਕੋਈ ਮਨੁੱਖ ਸੁਖੀ ਨਹੀਂ ਕਰ ਸਕਦਾ। ਜਿਸ ਦੇ ਅੰਦਰ ਭਗਵਾਨ ਪ੍ਰਗਟ ਰੂਪ ਹੋਇਆ ਬੈਠਾ ਹੋਇਆ, ਉਹਨੂੰ ਭਾਵੇਂ ਸਾਰੀ ਦੁਨੀਆ ਕਿਉਂ ਨਾ ਤੰਗ ਕਰੇ, ਉਹ ਕਦੇ ਦੁਖੀ ਨਹੀਂ ਹੋ ਸਕਦਾ। ਭਗਵਾਨ ਤੇ ਸ਼ੈਤਾਨ। ਬਾਬਾ ਫਰੀਦ ਸਾਹਿਬ ਜੀਆਂ ਦੇ ਜਿਹੜੇ ਸਲੋਕ ਅਸੀਂ ਸੁਣਦੇ ਹਾਂ ਨਾ, ਸਪਸ਼ਟ ਲਫ਼ਜ਼ਾਂ ਦੇ ਵਿੱਚ ਹੀ ਉਹਨਾਂ ਨੇ ਕਿਹਾ ਕਿ ਜਿਸ ਦੇ ਅੰਦਰ ਭਗਵਾਨ ਹੈ ਉਹਨਾਂ ਦੇ ਅੰਦਰ ਸ਼ੈਤਾਨ ਨਹੀਂ ਹੋਵੇਗਾ। ਤੇ ਮਨੁੱਖ ਇੱਕੋ ਦਮ ਤੇ ਭਗਵਾਨ ਦਾ ਰੂਪ ਹੋਇਆ ਬੈਠਾ ਰਹਿੰਦਾ ਹੈ। ਇੱਕੋ ਦਮ ਜਦੋਂ ਪਰਮੇਸ਼ਰ ਦੇ ਕੋਲੋਂ ਚਲਿਆ ਗਿਆ ਤੇ ਸ਼ੈਤਾਨ ਬਣ ਜਾਂਦਾ ਹੈ। ਇਹ ਤੇ ਐਲਾਨੀਆਂ ਜਿਹੜੇ ਬਹੁਤ ਸਾਰੇ ਨੇ ਧਾਰਮਿਕ ਸਥਾਨਾਂ 'ਤੇ ਜਾਣ ਵਾਲੇ, ਬਹੁਤ ਸਾਰੇ ਧਾਰਮਿਕ ਸਥਾਨਾਂ 'ਤੇ ਰਹਿਣ ਵਾਲੇ ਵੀ ਬੜੇ ਨੇ। ਨਿਰੇ ਸ਼ੈਤਾਨ, ਕਿਸੇ ਨੂੰ ਦੇਖ ਕੇ ਇੱਕੋ ਦਮ ਭਟਕ ਜਾਣਾ ਸ਼ੈਤਾਨ ਨੇ, ਮਾਫ ਕਰਨਾ। ਔਰ ਬੜੇ ਐਸੇ ਨੇ ਜਿਹੜੇ ਰਹਿੰਦੇ ਆਪਣੇ ਘਰਾਂ ਦੇ ਵਿੱਚ ਨੇ, ਨਿਰਾ ਭਗਵਾਨ ਦਾ ਰੂਪ ਨੇ, ਪਰਮੇਸ਼ਰ ਦਾ ਰੂਪ ਬਣ ਜਾਂਦੇ ਨੇ। ਦਇਆ ਆਈ ਹੈ, ਸੀਲ ਹੈ ਉਹਨਾਂ ਦੇ ਕੋਲ, ਸੰਜਮ ਹੈ, ਸਭ ਕੁਛ ਹੈ। ਬਾਬਾ ਫਰੀਦ ਜੀਆਂ ਨੂੰ ਉਹਨਾਂ ਨੇ ਘੁੱਟ ਕੇ ਗਲਵਕੜੀ ਦੇ ਵਿੱਚ ਲੈ ਲਿਆ। ਫਰੀਦਾ, ਵਾਕਈ ਤੂੰ ਹਰ ਇੱਕ ਜਗ੍ਹਾ 'ਤੇ ਅੱਲਾਹ ਤਾਲਾ ਨੂੰ ਸਮਝ ਰਿਹਾ, ਤਾਂ ਤੂੰ ਇੱਕ ਦਿਨ ਅੱਲਾਹ ਦਾ ਰੂਪ ਹੀ ਹੋ ਜਾਵੇਗਾ, ਪਰਮੇਸ਼ਰ ਦਾ ਰੂਪ ਹੀ ਹੋ ਜਾਵੇਗਾ। ਸਰੀਰ ਨੂੰ ਪਰਮੇਸ਼ਰ ਦਾ ਰੂਪ ਬਣਾ ਲੈਣਾ ਕੋਈ ਵੱਡੀ ਗੱਲ ਨਹੀਂ ਹੈ।
ਇੱਕ ਸ਼ਬਦ ਮਨੁੱਖ ਦੇ ਅੰਦਰ ਹੋਵੇ, ਉਹ ਸ਼ਬਦ ਬਾਣੀ ਆਪਣੇ ਬਾਣੇ ਨੂੰ ਜਨਮ ਦੇਵੇ, ਕੁਝ ਵਿਲੱਖਣਤਾ ਵਾਲੀ ਗੱਲ ਹੋਵੇਗੀ। ਬਾਣੀ ਜਦੋਂ ਆਪਣੇ ਬਾਣੇ ਨੂੰ ਜਨਮ ਦਿੰਦੀ ਹੈ। ਧੰਨ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਚੌਂਕੜਾ ਲਾਉਣ ਲੱਗੇ ਨੇ। ਸਿੱਖ ਸੇਵਕਾਂ ਨੇ ਪੁੱਛਿਆ, ਮਹਾਰਾਜ ਅੱਜ ਚੌਂਕੜਾ ਲਾਉਣ ਲੱਗੇ ਹੋ, ਇਹ ਚੌਂਕੜਾ ਖੁੱਲ੍ਹੇਗਾ ਕਿਸ ਦਿਨ, ਕਿਹੜੇ ਦਿਨ ਖੁੱਲ੍ਹੇਗਾ? ਕਿਉਂਕਿ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਜਦੋਂ ਚੌਂਕੜਾ ਲਾਉਂਦੇ ਸਨ, ਕਈ ਕਈ ਦਿਨ, ਕਈ ਕਈ ਮਹੀਨੇ ਚੌਂਕੜੇ ਦੇ ਵਿੱਚ ਬੈਠੇ ਰਹਿੰਦੇ ਸਨ। ਜਦ ਸਿੱਖ ਸੇਵਕਾਂ ਨੇ ਪੁੱਛਿਆ ਤੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਅੱਜ ਦਿਨ ਕਿਹੜਾ ਹੈ? ਸਿੱਖ ਸੇਵਕ ਕਹਿਣ ਲੱਗੇ, ਮਹਾਰਾਜ ਅੱਜ ਜਿਹੜਾ ਦਿਨ ਹੈ ਇਹ ਦਿਨ ਵਿਸਾਖੀ ਵਾਲਾ ਦਿਨ ਹੈ। ਤੋ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਇਹ ਚੌਂਕੜਾ ਜਿਹੜਾ ਅੱਜ ਵਿਸਾਖੀ ਵਾਲੇ ਦਿਨ ਲੱਗ ਰਿਹਾ ਹੈ, ਇਹ ਆਉਂਦੀ ਵਿਸਾਖੀ ਵਾਲੇ ਦਿਨ ਹੀ ਚੌਂਕੜਾ ਖੁੱਲ੍ਹੇਗਾ, ਉਸ ਤੋਂ ਪਹਿਲਾਂ ਇਹ ਚੌਂਕੜਾ ਨਹੀਂ ਖੁੱਲ੍ਹੇਗਾ। ਇੱਕ ਸਾਲ ਸਾਲ ਦਾ ਲਗਾਤਾਰ ਚੌਂਕੜਾ ਲਾ ਕੇ ਸਿਮਰਨ ਕਰਨਾ, ਬੰਦਗੀ ਕਰਨੀ। ਸਿਮਰਨ ਤੇ ਬੰਦਗੀ ਦੇ ਵਿੱਚ ਇਤਨੀ ਵੱਡੀ ਤਾਕਤ ਹੈ। ਰਾਜਾ ਪਟਿਆਲਾ ਕਹਿਣ ਲੱਗਿਆ, ਮਹਾਰਾਜ ਤੁਸੀਂ ਗੱਡੇ ਤੇ ਚੜ੍ਹ ਕੇ ਧਾਰਮਿਕ ਅਸਥਾਨ ਵਾਸਤੇ ਟਕਾ ਟਕਾ 2-2 ਟਕੇ ਕੁਛ ਮੰਗਦੇ ਫਿਰਦੇ ਹੋ ਸਮਾਜ ਦੇ ਵਿੱਚ। ਜੇ ਤੁਸੀਂ ਹੁਕਮ ਕਰੋ ਤੇ ਮੈਂ ਇਕੱਲਾ ਹੀ ਸਾਰੇ ਮਸਤੂਆਣਾ ਸਾਹਿਬ ਦੀ ਉਸਾਰੀ ਕਰਵਾ ਦਿੰਦਾ। ਰਾਜੇ ਪਟਿਆਲੇ ਨੂੰ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਤੇਰੇ ਕੋਲ ਐਡੀ ਪਾਵਰ ਹੈ? ਕਹਿੰਦੇ ਹਾਂ, ਕਿਉਂਕਿ ਰਾਜਾ ਪਟਿਆਲਾ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦਾ ਅਨੰਨ ਸੇਵਕ ਸਨ। ਔਰ ਹਿੰਦੁਸਤਾਨ ਦੀਆਂ 666 ਰਿਆਸਤਾਂ ਉਹਨਾਂ ਸਮਿਆਂ ਦੇ ਵਿੱਚ ਚੱਲੀਆਂ ਜਿਨ੍ਹਾਂ ਸਾਰੀ ਦੀਆਂ ਸਾਰੀਆਂ ਰਿਆਸਤਾਂ ਬਲ ਰਾਜੇ ਦੇ ਅੱਗੇ ਝੁਕਦੀਆਂ ਰਹੀਆਂ। ਔਰ ਹਿੰਦੁਸਤਾਨ ਦੀਆਂ ਜਿੰਨੀਆਂ ਰਿਆਸਤਾਂ ਦੇ ਵਿੱਚ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਗਏ, ਸਭ ਰਾਜੇ ਮਹਾਰਾਜਾ ਨੇ ਉਹਨਾਂ ਨੂੰ ਨਮਸਕਾਰ ਕੀਤੀ ਹੈ। ਤੇਰੇ ਵਿੱਚ ਏਡੀ ਵੱਡੀ ਪਾਵਰ ਕਿੱਥੋਂ ਆਈ ਹੈ? ਕਹਿਣ ਲੱਗੇ, ਮਹਾਰਾਜ ਜੀ ਤੁਸੀਂ ਨਾ ਮੰਗੋ, ਗੱਡੇ ਤੇ ਚੜ੍ਹ ਕੇ ਤੁਸੀਂ ਮੰਗਦੇ ਫਿਰਦੇ ਹੋ ਤੇ ਮੈਂ ਇਕੱਲਾ ਹੀ ਮਸਤੂਆਣਾ ਸਾਹਿਬ ਬਣਾ ਦਿੰਦਾ। ਸੰਤ ਮਹਾਰਾਜ ਜੀ ਕਹਿਣ ਲੱਗੇ, ਰਾਜਨ ਇਹਨਾਂ ਕਿਰਤੀਆਂ ਦੀ ਕਮਾਈ ਹੈ ਜਿਹੜੀ ਇਹਨਾਂ ਨੂੰ ਸਫਲੀ ਕਰਨੀ ਹੈ। ਕਹਿਣ ਲੱਗਿਆ, ਨਹੀਂ ਮਹਾਰਾਜ ਮੈਂ ਤੁਹਾਡਾ ਸੇਵਕ ਹਾਂ, ਤੁਸੀਂ ਮੈਨੂੰ ਆਗਿਆ ਦਿਓ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਰਾਜਨ ਤੇਰੇ ਕੋਲ ਧਨ ਹੈ, ਧਨ ਦੀ ਬਦੌਲਤ ਤੋਂ ਸਾਰਾ ਕੁਝ ਕਹਿ ਰਿਹਾ ਹੈ। ਸਾਡੇ ਕੋਲ ਅਕਾਲ ਪੁਰਖ ਦੇ ਦਿੱਤੀ ਹੋਈ ਇੰਨੀ ਪਾਵਰ ਹੈ ਕਿ ਜਿੰਨੀਆਂ ਦੁਨੀਆ ਤੋਂ ਸੜਕਾਂ ਮਸਤੂਆਣਾ ਸਾਹਿਬ ਨੂੰ ਆਉਂਦੀਆਂ ਨੇ, ਇਹ ਸਾਰੀ ਦੀਆਂ ਸਾਰੀਆਂ ਸੜਕਾਂ ਹੀ ਹੀਰੇ ਤੇ ਮੋਤੀਆਂ ਨਾਲ ਜੜਤ ਕਰ ਦੇਈਏ, ਇੰਨੀ ਪਾਵਰ ਹੈ। ਪਰ ਇਹਨਾਂ ਕਿਰਤੀਆਂ ਦੀ ਕਮਾਈ ਸਫਲੀ ਕਰਨੀ ਹੈ। ਗੱਲ ਇਹ ਨਹੀਂ ਹੈ ਕਿ ਬਹੁਤਾ ਧਨ ਹੋਵੇ, ਗੱਲ ਇਹ ਹੈ ਕਿ ਕਿਰਤੀਆਂ ਦੀ ਕਮਾਈ ਸਫਲੀ ਹੋਵੇ। ਤੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਰਾਜਾ ਪਟਿਆਲਾ ਚਰਨਾਂ ਤੇ ਟਹਿ ਪਿਆ ਸੀ। ਐਲਾਨੀਆਂ ਸੰਤ ਮਹਾਰਾਜ ਜੀਆਂ ਨੇ ਇਹਦੇ ਘਰ ਦੇ ਵਿੱਚ ਜਦ ਗੁਰਬਾਣੀ ਦੇ ਪ੍ਰਵਾਹ ਚੱਲੇ ਤੇ ਜਦੋਂ ਭੋਗ ਦੀ ਅਰਦਾਸ ਕੀਤੀ, ਸੇਵਾਦਾਰਾਂ ਦੇ ਨਾਮ ਤੇ ਕਰ ਦਿੱਤੀ। ਕਹਿੰਦੇ, ਮਹਾਰਾਜ ਧਨ ਤੇ ਸਾਰਾ ਮੈਂ ਖਰਚਿਆ, ਮਹਿਲਾਂ ਵਿੱਚ ਮੇਰੇ ਜਾਪ ਹੋਏ, ਤੁਸੀਂ ਤੇ ਸਾਰੇ ਸੇਵਾਦਾਰਾਂ ਦੇ ਨਾਮ ਤੇ ਅਰਦਾਸ ਕੀਤੀ ਹੈ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਹੁਣ ਜਿਨ੍ਹਾਂ ਨੇ ਹੱਥਾਂ ਪੈਰਾਂ ਨਾਲ ਸੇਵਾ ਕੀਤੀ ਹੈ, ਕਮਾਈ ਤੇ ਉਹਨਾਂ ਦੀ ਕੀਤੀ ਹੋਈ ਸਫਲੀ ਹੋਵੇਗੀ। ਨਾ ਤੇ ਤੂੰ ਸੇਵਾ ਕੀਤੀ, ਨਾ ਤੇਰੀਆਂ ਰਾਣੀਆਂ ਮਹਿਲਾਂ ਦੇ ਵਿੱਚੋਂ ਨਿਕਲ ਕੇ ਉਹਨਾਂ ਨੇ ਭਾਂਡੇ ਮਾਂਜੇ, ਨਾ ਕੋਈ ਸਾਫ ਸਫਾਈਆਂ ਕੀਤੀਆਂ। ਹੁਣ ਜਿਹਨੇ ਕੋਈ ਕਰਮ ਕੀਤਾ ਫਲ ਤੇ ਉਸੇ ਨੂੰ ਮਿਲੇਗਾ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀਆਂ ਨੇ ਜਦ ਇਹ ਵਚਨ ਕੀਤਾ ਤੇ ਫਿਰ ਰਾਜੇ ਪਟਿਆਲਾ ਕਹਿਣ ਲੱਗਿਆ, ਮਹਾਰਾਜ ਦੂਸਰੀ ਵਾਰ ਜਾਪ ਹੋਏ,
ਉਹ ਜਾਪ ਦੇ ਵਿੱਚ ਰਾਜੇ ਨੇ ਆਪ ਅਤੇ ਸਾਰੀਆਂ ਰਾਣੀਆਂ ਨੇ ਮਹਿਲਾਂ ਦੇ ਵਿੱਚ ਸੇਵਾ ਕੀਤੀ, ਗੁਰਬਾਣੀ ਨੂੰ ਸੁਣਿਆ, ਗੁਰਬਾਣੀ ਨੂੰ ਗਾਵਿਆ। ਫਿਰ ਜਾ ਕੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਨੇ ਉਹਨਾਂ ਦੇ ਨਾਮ 'ਤੇ ਅਰਦਾਸ ਕੀਤੀ ਸੀ। ਅਰਦਾਸ ਜਿਹੜੀ ਹੈ ਨਾ, ਜਿਹੜੀ ਅਸੀਂ ਗੁਰੂ ਸਾਹਿਬ ਦੇ ਅੱਗੇ ਕਰਦੇ ਹਾਂ, ਇਹ ਅਰਦਾਸ ਕੋਈ ਆਮ ਗੱਲ ਨਹੀਂ ਹੈ। ਸਮਾਜ ਦੇ ਵਿੱਚ ਤੇ ਮਨੁੱਖਤਾ ਨੇ ਅਰਦਾਸ ਨੂੰ ਇੰਝ ਹੀ ਲੈ ਲਿਆ ਵੀ ਅਰਦਾਸ ਕਰਾ ਦਿਓ। ਅਰਦਾਸ ਕੋਈ ਆਮ ਨੋਰਮਲ ਗੱਲ ਨਹੀਂ ਹੈ। ਅਰਦਾਸ ਦੇ ਕੱਲੇ ਕੱਲੇ ਵਚਨ ਨੂੰ ਜੇ ਵਾਚਿਆ ਜਾਵੇ ਤੇ ਪਤਾ ਲੱਗਦਾ ਹੈ ਕਿ ਮਨੁੱਖ ਕਿੱਡੇ ਕਿੱਡੇ ਵਾਅਦੇ ਗੁਰੂ ਗ੍ਰੰਥ ਸਾਹਿਬ ਨਾਲ ਅਰਦਾਸ ਵਿੱਚ ਕਰ ਜਾਂਦਾ ਤੇ ਘਰੇ ਜਾ ਕੇ ਮੁੱਕਰ ਜਾਂਦਾ ਹੈ। ਘਰੇ ਜਾ ਕੇ ਮੁੱਕਰ ਜਾਂਦਾ ਹੈ। ਹੁਣ ਤੇ ਬਹੁਤ ਸਿਆਣੇ ਹੋ ਗਏ, ਜਦ ਅਰਦਾਸ ਦੇ ਵਿੱਚੋਂ ਨਿਕਲਦੇ ਨੇ 2 ਮਿੰਟਾਂ ਬਾਅਦ ਹੀ ਮੁੱਕਰ ਜਾਂਦੇ ਨੇ। ਘਰੇ ਪਹੁੰਚਦੇ ਕੀ ਪਹਿਲੇ ਮੁੱਕਰ ਜਾਂਦੇ ਨੇ। ਵਾਅਦੇ ਬਹੁਤ ਵੱਡੇ ਵੱਡੇ ਨੇ। ਅਰਦਾਸ ਦੀ ਕੋਈ ਆਮ ਗੱਲ ਨਹੀਂ ਹੈ। ਮਨੁੱਖਤਾ ਨੇ ਸਰਸਰੀ ਗੱਲ ਲਈ ਹੋਈ ਹੈ। ਮਨੁੱਖ ਤੇ ਬਹੁਤੇ ਜੇ ਕੋਈ ਝਗੜਾ ਵੀ ਹੋ ਜੇ ਨਾ ਨਗਰਾਂ ਦੇ ਵਿੱਚ, ਚਲੋ ਨਾ ਝਗੜਾ ਨਿਬੜੇ ਨਾ, ਫਿਰ ਕਹਿੰਦੇ ਨੇ ਤੂੰ ਚੱਲ ਆ ਜਾ ਗੁਰਦੁਆਰੇ, ਆਪਾਂ ਅਰਦਾਸ ਕਰਦੇ ਹਾਂ। ਗੁਰਦੁਆਰੇ ਅਰਦਾਸ ਕਰਦੇ ਹਾਂ, ਚਲੋ ਠੀਕ ਹੈ, ਆ ਜਾਂਦੇ ਨੇ। ਜੇ ਤੇ ਮੈਂ ਇਹਦਾ ਧਨ ਚੁੱਕਿਆ ਹੋਵੇ, ਫਿਰ ਜਿਹਦਾ ਧਨ ਚੁੱਕਿਆ ਗਿਆ ਹੁੰਦਾ ਉਹ ਕਹਿੰਦਾ ਭਾਈ ਸਾਹਿਬ ਨੂੰ ਕਿ ਤੁਸੀਂ ਅਰਦਾਸ ਕਰੋ ਜੀ, ਮੇਰਾ ਇਹਨੇ ਧਨ ਚੁੱਕਿਆ, ਇਹਦਾ ਘਰ ਬਰਬਾਦ ਹੋ ਜੇ। ਦੁਨੀਆਦਾਰੀ ਦੇ ਵਿੱਚ ਇਹ ਗੱਲਾਂ ਆਮ ਚੱਲਦੀਆਂ ਨੇ, ਆਪ ਜੀ ਨੂੰ ਪਤਾ ਹੈ। ਇਹ ਬਰਬਾਦ ਹੋ ਜੇ। ਅਰਦਾਸ ਕਿਸੇ ਦੇ ਘਰ ਨੂੰ ਬਰਬਾਦ ਕਰਨ ਵਾਸਤੇ ਨਹੀਂ ਹੈ ਕਿ ਅਰਦਾਸ ਕਰ ਦਿਓ, ਨਹੀਂ, ਐਸਾ ਨਹੀਂ ਹੁੰਦਾ। ਅਕਸਰ ਮਨੁੱਖ ਕਰਦੇ ਹੀ ਐਸਾ ਨੇ। ਸਾਨੂੰ ਵੀ ਐਸੇ ਮਿਲਦੇ ਨੇ। ਮੈਨੂੰ ਇੱਕ ਨਗਰ ਦੇ ਵਿੱਚ ਸੱਜਣ ਮਿਲੇ ਸੀ, ਉਹਨਾਂ ਨੇ ਮੋਬਾਈਲ ਚੱਕਿਆ ਗਿਆ ਸੀ, ਗੋਲਕ 'ਤੇ ਮੋਬਾਈਲ ਧਰ ਲਿਆ, ਕਹਿਣ ਲੱਗੇ ਜੀ ਅਰਦਾਸ ਕਰ ਦਿਓ, ਇਹਨੇ ਮੇਰਾ ਮੋਬਾਈਲ ਚੱਕਿਆ, ਇਹਨੂੰ ਸਜ਼ਾ ਮਿਲੇ, ਜੇ ਮੈਂ ਇਹਨੂੰ ਝੂਠ ਕਹਿ ਰਿਹਾ ਤੇ ਮੈਨੂੰ ਸਜ਼ਾ ਮਿਲੇ। ਕਮਾਲ ਦੀ ਗੱਲ, ਕੁਛ ਧਨ ਦੀ ਗੱਲ ਸੀ, ਕੁਛ ਮੋਬਾਈਲ ਦੀ ਗੱਲ ਸੀ। ਮੈਂ ਕਿਹਾ ਅਰਦਾਸ ਪਹਿਲੀ ਤੇ ਬਣਦੀ ਨਹੀਂ ਹੈ, ਕਿਉਂਕਿ ਅਰਦਾਸ ਦੇ ਵਿੱਚ ਕਿਸੇ ਦੀ ਬਰਬਾਦੀ ਦਾ ਨਾਮ ਨਹੀਂ ਲੈਤਾ ਜਾ ਸਕਦਾ। ਜਦ ਖੈੜੇ ਹੀ ਪੈ ਗਏ, ਕਹਿੰਦੇ ਨਹੀਂ ਅਰਦਾਸ ਤੇ ਤੁਹਾਨੂੰ ਕਰਨੀ ਪਵੇਗੀ। ਹੁਣ ਤੁਹਾਨੂੰ ਗੁਰਦੁਆਰੇ ਦੇ ਭਾਈਆਂ ਦਾ ਵੀ ਪਤਾ ਵੀ ਵਿਚਾਰੇ ਗੁਲਾਮ ਹੁੰਦੇ ਨੇ, 100 ਪਾਸੇ ਤੋਂ ਜੰਜੀਰਾਂ ਨਾਲ ਬੱਝੇ ਹੁੰਦੇ ਨੇ। ਮੈਂ ਕਿਹਾ ਚਲੋ ਇੱਕ ਇੰਝ ਕਰ ਦਿੰਦੇ ਆ ਕਿ ਤੁਹਾਡੀ ਦੋਨਾਂ ਦੀ ਅਰਦਾਸ ਕਰ ਦਿੰਦੇ ਆ। ਕਹਿੰਦੇ ਜੀ ਉਹ ਕਿਵੇਂ ਕਰੋਗੇ? ਮੈਂ ਕਿਹਾ ਦੇਗ ਬਣਾਓ, ਜੇ ਤੇ ਮਨੁੱਖ ਨੇ ਚੋਰੀ ਕੀਤੀ ਹੋਵੇ ਤੇ ਇਹ ਖਤਮ ਹੋ ਜੇ, ਜੇ ਇਹਨੇ ਚੋਰੀ ਨਾ ਕੀਤੀ ਹੋਵੇ ਤੇ ਤੇਰਾ ਘਰ ਖਤਮ ਹੋ ਜੇ। ਇੰਝ ਅਰਦਾਸ ਕਰ ਦਿੰਦੇ ਆ। ਕਹਿੰਦਾ ਨਾ ਨਾ ਨਾ, ਇੰਝ ਅਰਦਾਸ ਨਹੀਂ ਕਰਨੀ, ਮੈਨੂੰ ਕਿਉਂ ਕੁਛ ਹੋਵੇ। ਤੇ ਫਿਰ ਮੈਂ ਕਿਹਾ ਇਹਨੂੰ ਵੀ ਕਿਉਂ ਕੁਛ ਹੋਵੇ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਸੇ ਦਾ ਬੁਰਾ ਕਰਦੇ ਨੇ। ਜਦੋਂ ਆਪ ਤੇ ਗੱਲ ਆਈ, ਥਿੜਕ ਗਏ ਨਾਲ ਦੀ ਨਾਲ। ਜਿਹੜੇ ਅਰਦਾਸ ਕਰਾਉਣ ਆਏ ਸੀ ਪਤਾ ਹੀ ਨਹੀਂ ਲੱਗਿਆ ਗੁਰਦੁਆਰੇ ਦੇ ਕਿਹੜੇ ਗੇਟ ਰਾਹੀਂ ਨਿਕਲ ਗਏ। ਫਿਰ ਦੁਨੀਆ ਦੇ ਵਿੱਚ ਅਰਦਾਸ ਨੂੰ ਦੁਨੀਆ ਨੇ ਇੱਕ ਸਰਸਰੀ ਗੱਲ ਲੈਤੀ ਹੋਈ ਹੈ। ਭਲਕੇ ਅਰਦਾਸ ਦੇ ਕੱਲੇ ਕੱਲੇ ਬਚਨ ਨੂੰ ਜੇ ਬਾਚਿਆ ਜਾਵੇ, ਫੇਰ ਪਤਾ ਲੱਗਦਾ ਹੈ ਕਿ ਅਕਾਲ ਪੁਰਖ ਖੁਦਾ ਅੱਲਾਹ ਤਾਲਾ ਨਾਲ ਬੰਦਾ ਕਿੱਡੇ ਕਿੱਡੇ ਵਾਅਦੇ ਸਾਹਮਣੇ ਖੜ ਕੇ ਕਰ ਜਾਂਦਾ ਤੇ ਮੁੱਕਰ ਲੱਗਿਆ, ਮਿੰਟ ਮਾਰਦਾ, ਘਰੋਂ ਨਿਕਲਿਆ ਤੇ ਮੁੱਕਰ ਗਿਆ। ਅਰਦਾਸ ਕੋਈ ਆਮ ਗੱਲ ਨਹੀਂ ਹੈ ਤੇ ਦੁਨੀਆ ਨੇ ਆਮ ਲੈ ਲਈ ਅਰਦਾਸ। ਅਰਦਾਸ ਆਪਣੀ ਜਗ੍ਹਾ ਤੇ ਬਹੁਤ ਕੁਛ ਰੱਖਦੀ ਹੈ। ਤੋਂ ਇਹ ਬਾਬੇ ਫਰੀਦ ਨੇ ਕੁੱਟ ਕੇ ਉਹਨਾਂ ਨੇ ਗਲਵਕੜੀ ਦੇ ਵਿੱਚ ਲੈ ਲਿਆ। ਫਰੀਦ ਸਾਹਿਬ ਕਹਿੰਦੇ ਤੁਹਾਡੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਹੋ ਗਈਆਂ, ਤੁਸੀਂ ਖੁਦਾ ਨੂੰ ਪ੍ਰਵਾਨ ਹੋ ਗਏ ਹੋ। ਤੁਸੀਂ ਜੋ ਅਰਦਾਸ ਹਰ ਇੱਕ ਜਗ੍ਹਾ ਤੇ ਤੁਸੀਂ ਖੁਦਾ ਨੂੰ ਮੰਨ ਰਹੇ ਹੋ ਤੇ ਤੁਹਾਡੇ ਅੰਦਰ ਦਇਆ ਦਾ ਵਾਸਾ ਵੀ ਹੈ। ਤੁਹਾਡੇ ਅੰਦਰ ਖੁਦਾ ਦਾ, ਅੱਲਾਹ ਤਾਲਾ ਦਾ ਵਾਸਾ ਹੋ ਗਿਆ। ਹੁਣ ਤੁਹਾਡੇ ਅੰਦਰ ਕਦੇ ਵੀ
ਸ਼ੈਤਾਨ ਕਦੇ ਨਹੀਂ ਜਾਵੇਗਾ। ਗਜ਼ਬ ਦੀ ਗੱਲ ਹੈ ਕਿ ਜੰਗਲ ਦੇ ਵਿੱਚ ਕਾਗਾਂ ਨੇ ਬਾਬਾ ਫਰੀਦ ਸਾਹਿਬ ਜੀਆਂ ਦੇ ਮਾਸ ਨੂੰ ਨੋਚ ਕੇ ਖਾਧਾ, ਫਿਰ ਵੀ ਬਾਬਾ ਫਰੀਦ ਸਾਹਿਬ ਜੀਆਂ ਨੇ ਗੁੱਸਾ ਨਹੀਂ ਕੀਤਾ। ਉਹਨਾਂ ਦੇ ਅੰਦਰ ਸ਼ੈਤਾਨ ਨਹੀਂ ਸੀ, ਅੱਲਾਹ ਤਾਲਾ ਬੈਠਾ ਸੀ। ਕਹਿਣ ਲੱਗਿਆ, ਇਹ ਦੋਏ ਨੈਣਾ ਮਤ ਛੂਇਓ ਫਿਰ ਦੇਖਣ ਕੀ ਆਸ। ਮੈਨੂੰ ਹਜੇ ਪੀਆ ਨੂੰ ਪ੍ਰੀਤਮ ਨੂੰ ਦੇਖਣ ਦੀ ਆਸ ਹੈ। ਮੇਰੇ ਇਹਨਾਂ ਦੋਨੇ ਨੇਤਰਾਂ ਨੂੰ ਕੁਛ ਨਾ ਕਿਹੋ, ਬਾਕੀ ਮਾਸ ਭਾਵੇਂ ਤੁਸੀਂ ਖਾ ਲਓ। ਕਾਗਾ ਨੂੰ ਇਹ ਗੱਲ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ। ਕਿਹੜਾ ਮਨੁੱਖ ਅੱਜ ਕੱਲ੍ਹ ਕਾਗਾ ਨੂੰ ਕਹਿ ਦੇਵੇਗਾ? ਤੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦੱਸੇ ਹੋਏ ਮਾਰਗ 'ਤੇ ਚੱਲਣਾ ਕੋਈ ਆਮ ਗੱਲ ਨਹੀਂ ਹੈ, ਬੜਾ ਕਠਿਨ ਹੈ। ਇਹ ਸੋਨਾ ਉਹਨਾਂ ਟਾਈਮ ਗਹਿਣਾ ਨਹੀਂ ਬਣਦਾ ਜਿੰਨਾ ਟਾਈਮ ਉਹਨੂੰ ਸੁਨਿਆਰ ਅੱਗ ਦੇ ਵਿੱਚ ਨਹੀਂ ਕੱਢਦਾ। ਤੋ ਇਹ ਕਸਵੱਟੀ ਕਬੀਰ ਕਸੌਟੀ ਰਾਮ ਕੀ ਝੂਠਾ ਟਿਕਿਆ ਨਾ ਕੋਈ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਤੋ ਕਸਵੱਟੀ ਪਰਮਾਤਮਾ ਦੇ ਘਰ ਦੇ ਵਿੱਚ ਹਰ ਇੱਕ ਮਨੁੱਖ ਨੂੰ ਲੱਗਦੀ ਹੈ। ਇਸ ਕਸਵੱਟੀ 'ਤੇ ਜਿਹੜੇ ਖਰੇ ਉਤਰ ਖੜਦੇ ਨੇ, ਜਿਹੜੇ ਖਰੇ ਉਤਰ ਜਾਂਦੇ ਹਨ, ਉਹਨਾਂ ਨੂੰ ਉਹ ਭਗਵਾਨ ਦਾ ਰੂਪ ਬਣ ਜਾਂਦੇ ਨੇ। ਕੱਚੇ ਜਿਹੜੇ ਨੇ ਉਹ ਚੜ੍ਹ ਜਾਂਦੇ ਨੇ। ਰੱਤੇ ਸਹੀ ਜੇ ਮੁਖ ਨਾ ਮੜਨ, ਜਿੰਨੀ ਸੰਜਾਤਾ ਸਾਈਂ, ਚੜ੍ਹ ਪਾਉਂਦੇ ਕੱਚੇ ਬਿਰਹੀ, ਜਿੰਨਾ ਘਰ ਨਾ ਆਈ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ। ਸਮਾਪਤੀ ਦਾ ਟਾਈਮ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।